गुरु रू प्यारी सात संगत जी, वाहिगुरु जी का खालसा वाहिगुरु जी की फतेह। भाई साहब भाई वीर सिंह जी की लिखी एक अमोलक वार्तालाप आप जी ਨੂੰ पढ़ के सुना रहे हाँ। ਬਾਣੀ ਦੇ ਪ੍ਰਤੀ ਕਿ ਮਨੁੱਖ ਦੇ ਦੋ ਵੈਰੀ ਕਿਹੜੇ ਹਨ ਜਿਨ੍ਹਾਂ ਨੂੰ ਬਾਣੀ ਮਾਰਦੀ ਹੈ, ਤੇ ਮਨੁੱਖ ਦੇ ਤਿੰਨ ਮਿੱਤਰ ਕਿਹੜੇ ਹਨ ਜਿਨ੍ਹਾਂ ਨੂੰ ਬਾਣੀ ਬਲਵਾਨ ਕਰਦੀ ਹੈ। ਫਿਰ ਅੱਗੇ ਦਰਸਾਇਆ ਹੈ ਕਿ ਬਾਣੀ ਕਿਹੜੀ ਪੜ੍ਹਨੀ ਚਾਹੀਦੀ ਹੈ ਤੇ ਕਿਵੇਂ ਪੜ੍ਹਨੀ ਚਾਹੀਦੀ ਹੈ ਤਾਂ ਜੋ ਮਨ ਵਿੱਚ ਸਵਾਦ ਆਵੇ। ਸੋ ਇਹ ਵਾਰਤਾਲਾਪ ਭਾਈ ਸਿੰਧੀ ਜੀ ਤੇ ਭਾਈ ਸਾਈਂ ਦਾਸ ਜੀ ਦੇ ਵਿਚਕਾਰ ਹੋ ਰਹੀ ਹੈ। ਭਾਈ ਸਾਈਂ ਦਾਸ ਜੀ ਕੋਲੋਂ ਸਿੰਧੀ ਜੀ ਨੇ ਜਦੋਂ ਸੇਵਾ ਦੇ ਗੁੱਝੇ ਭੇਦ ਸਮਝੇ, ਫਿਰ ਉਸ ਸੇਵਾ ਦੀ ਕਮਾਈ ਕੀਤੀ। ਕੁਝ ਅਰਸਾ ਕਮਾਈ ਕਰਨ ਤੋਂ ਬਾਅਦ ਭਾਈ ਸਾਈਂ ਦਾਸ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਇਆ ਤੇ ਸੇਵਾ ਤੋਂ ਅਗਲੇਰਾ ਰਸਤਾ ਪੁੱਛਿਆ। ਸੋ ਉਸ ਵਾਰਤਾਲਾਪ ਨੂੰ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਸਿੰਧੀ। ਧੰਨ ਹੋ ਆਪ, ਭਲਾ ਸੇਵਾ ਤੋਂ ਅੱਗੇ ਜੇ ਕੁਛ ਹੋਰ ਪੂਰਨੇ ਪਾ ਦਿਓ ਤਾਂ ਬੜੀ ਕਿਰਪਾ ਹੋਵੇ। ਭਾਈ ਜੀ, ਤੁਹਾਡੇ ਧੰਨ ਭਾਗ ਹਨ ਜੋ ਤੁਸਾਂ ਧਰਮਸ਼ਾਲਾ ਬਣਵਾਈ ਕਿ ਜਿੱਥੇ ਗੁਰਬਾਣੀ ਦਾ ਕੀਰਤਨ ਆਉਂਦਾ ਹੈ। ਪਰ ਕਿਰਪਾ ਕਰਕੇ ਇਹ ਵੀ ਦੱਸੋ ਕਿ ਤੁਹਾਨੂੰ ਬਾਣੀ ਦਾ ਅਭਿਆਸ, ਪ੍ਰੇਮ ਤੇ ਵਿਚਾਰ ਵੀ ਹੈ। ਜਿਸ ਪਿਆਰੇ ਦੇ ਵਾਸ ਲਈ ਮੰਦਰ ਬਣਾਇਆ, ਉਸ ਪਿਆਰੇ ਦੇ ਦਰਸ਼ਨ ਮੇਲੇ ਤੁਸਾਂ ਆਪ ਨਹੀਂ ਕੀਤੇ ਜਾਪਦੇ। ਕੀ ਇਹ ਗੱਲ ਠੀਕ ਹੈ? ਸਿੰਧੀ। ਠੀਕ ਹੈ, ਮੈਨੂੰ ਬਾਣੀ ਦਾ ਅਭਿਆਸ, ਪਿਆਰ ਤੇ ਵਿਚਾਰ ਪ੍ਰਾਪਤ ਨਹੀਂ, ਪਰ ਮੈਨੂੰ ਬਾਣੀ ਮਾੜੀ ਵੀ ਨਹੀਂ ਲੱਗਦੀ। ਮੈਂ ਕੀਰਤਨ ਸੁਣਦਾ ਵੀ ਹਾਂ ਤੇ ਬਾਣੀ ਚੰਗੀ ਵੀ ਲੱਗਦੀ ਹੈ, ਪਰ ਸੇਵਾ ਵਿੱਚ ਵਧੇਰੇ ਸਵਾਦ ਆਉਂਦਾ ਸੀ। ਇਸ ਕਰਕੇ ਉਸ ਸਵਾਦ ਵਿੱਚੋਂ ਹੋਰ ਪਾਸੇ ਜੀ ਨਹੀਂ ਸੀ ਜਾਂਦਾ। ਹੋਰ ਕੋਈ ਕਾਰਨ ਬਾਣੀ ਨਾ ਪੜ੍ਹਨ ਦਾ ਨਹੀਂ ਹੈ। ਭਾਈ ਜੀ, ਠੀਕ ਹੈ, ਇਸ ਅਵਸਥਾ ਵਿੱਚ ਕਈ ਵੇਰ ਹੁੰਦਾ ਹੈ, ਪਰ ਮਿੱਤਰ ਜੀ, ਤੁਹਾਨੂੰ ਜੋ ਸੇਵਾ ਦਾ ਉੱਚਾ ਮਰਤਬਾ ਮਾਲੂਮ ਹੋਇਆ ਹੈ, ਇਸ ਦੇ ਨਾਲ ਬਾਣੀ ਦੇ ਪਿਆਰ ਔਰ ਵਿਚਾਰ ਦੀ ਬਹੁਤ ਲੋੜ ਹੈ। ਉਹ ਤਾਂ ਪਹਿਲਾ ਡੰਡਾ ਸੀ, ਕਿਉਂਕਿ ਜੋ ਉੱਚ ਭਾਵ ਦਾਸ ਨੇ ਸੰਖੇਪ ਮਾਤਰ ਸੁਣਾਏ ਹਨ, ਸੋ ਗੁਰੂ ਕੀ ਬਾਣੀ ਹੀ ਦੱਸਦੀ ਹੈ। ਬਾਣੀ ਹੀ ਦੱਸਦੀ ਹੈ ਕਿ ਆਪਣੇ ਅਮਲ ਨੇਕ ਕਰੋ। ਬਾਣੀ ਹੀ ਦੱਸਦੀ ਹੈ ਕਿ ਸੇਵਾ ਕਰੋ ਨਿਸ਼ਕਾਮ ਹੋ ਕੇ। ਇਹਨਾਂ ਅਮਲਾਂ ਨਾਲ ਮਨ ਸ਼ੁੱਧ ਹੁੰਦਾ ਹੈ। ਫਿਰ ਬਾਣੀ ਦੇ ਹੀ ਪਾਠ ਨਾਲ ਮਨ ਟਿਕਦਾ ਹੈ ਅਤੇ ਬਾਣੀ ਨਾਲ ਹੀ ਹੋਰ ਵਧੇਰੇ ਸਫਾਈ ਤੇ ਆਉਂਦਾ ਹੈ। ਫਿਰ ਬਾਣੀ ਹੀ ਦੱਸਦੀ ਹੈ ਕਿ ਛਿਨ ਛਿਨ ਕਰਕੇ ਕਾਲ ਵਿਹਾਰਿਆ ਹੈ। ਛਿਨ ਛਿਨ ਕਰਕੇ ਉਮਰ ਘਟ ਰਹੀ ਹੈ। ਛਿਨ ਛਿਨ ਵਿੱਚ ਅਸੀਂ ਭੁੱਲਾਂ ਕਰ ਰਹੇ ਹਾਂ। ਖਿਨ ਖਿਨ ਵਿੱਚ ਸਾਡੇ ਅੰਦਰਲੇ ਪੰਜ ਸਾਡੇ ਤੇ ਵਾਹਿਗੁਰੂ ਵਿੱਚ ਵਿਥ ਵਧਾ ਰਹੇ ਹਨ। ਇਸ ਕਰਕੇ ਛਿਨ ਛਿਨ ਵਿੱਚ ਜਾਰੀ ਰਹਿਣ ਵਾਲਾ ਕੋਈ ਉਪਰਾਲਾ ਚਾਹੀਦਾ ਹੈ। ਹਾਂ, ਖਿਨ ਖਿਨ ਦੀ ਭੁੱਲ ਵਾਸਤੇ ਕੋਈ ਖਿਨ ਖਿਨ ਦੇ ਚੇਤੇ ਦਾ ਉਪਰਾਲਾ ਚਾਹੀਦਾ ਹੈ, ਜੋ ਖਿਨ ਖਿਨ ਕਰਕੇ ਜਾਣ ਵਾਲਾ ਕਾਲ ਸੰਭਾਲਿਆ ਜਾਵੇ। ਉਹ ਉਪਰਾਲਾ ਬਾਣੀ ਵਿੱਚ ਦੱਸਿਆ ਹੈ। ਬਾਣੀ ਇਕਾਗਰ ਚਿੱਤ ਹੋ ਕੇ ਪੜ੍ਹੋ। ਮਨ ਇਕੱਠਾ ਹੋ ਕੇ ਕੁਸੰਗ ਦੇ ਅਸਰ ਅੱਗੇ ਢਹਿਣੋਂ ਬਲਵਾਨ ਹੋ ਜਾਏਗਾ। ਬਾਣੀ ਨਾਲ ਪਿਆਰ ਕਰੋ, ਹਿਰਦੇ ਵਿੱਚ ਗੁਰੂ ਪਰਮੇਸ਼ਰ ਪਰ ਸ਼ਰਧਾ ਤੇ ਪ੍ਰਾਪਤੀ ਦਾ ਉਤਸ਼ਾਹ ਪੈਦਾ ਹੋਵੇਗਾ। ਬਾਣੀ ਦਾ ਵਿਚਾਰ ਕਰੋ, ਤਦ ਭੁਲੇਖੇ ਤੇ ਡਰ ਦੂਰ ਹੋਣਗੇ। ਅਰਥਾਤ ਸਾਡੇ ਅੰਦਰ ਦੋ ਘਰ ਦੇ ਵੈਰੀ ਹਨ, ਇੱਕ ਭੈ ਤੇ ਦੂਜਾ ਭਰਮ। ਪਿਆਰ ਲਾ ਕੇ ਪੜ੍ਹੀ ਬਾਣੀ ਦਾ ਅਭਿਆਸ ਭੈ ਨੂੰ ਕੱਟਦਾ ਹੈ ਤੇ ਬਾਣੀ ਦਾ ਵਿਚਾਰ ਭਰਮ ਨੂੰ ਕੱਟਦਾ ਹੈ। ਭੈ ਤੇ ਭਰਮ ਨੂੰ ਫਲ ਲੱਗਦੇ ਹਨ ਦੁੱਖ ਤੇ ਰੋਗ। ਉਹ ਵੀ ਭੈ ਤੇ ਭਰਮ ਦੇ ਬਿਨਸਿਆਂ ਆਪੇ ਬਿਨਸਦੇ ਹਨ। ਫਿਰ ਦੁਹਰਾ ਦਈਏ, ਸਾਡੇ ਅੰਦਰ ਦੋ ਘਰ ਦੇ ਵੈਰੀ ਹਨ, ਇੱਕ ਭੈ ਤੇ ਦੂਜਾ ਭਰਮ। ਪਿਆਰ ਲਾ ਕੇ ਪੜ੍ਹੀ ਬਾਣੀ ਦਾ ਅਭਿਆਸ ਭੈ ਨੂੰ ਕੱਟਦਾ ਹੈ ਤੇ ਬਾਣੀ ਦਾ ਵਿਚਾਰ ਭਰਮ ਨੂੰ ਕੱਟਦਾ ਹੈ। ਭੈ ਤੇ ਭਰਮ ਨੂੰ ਫਲ ਲੱਗਦੇ ਹਨ ਦੁੱਖ ਤੇ ਰੋਗ। ਉਹ ਵੀ ਭੈ ਤੇ ਭਰਮ ਦੇ ਬਿਨਸਿਆਂ ਆਪੇ ਬਿਨਸਦੇ ਹਨ। ਇਸੇ ਤਰ੍ਹਾਂ ਮਨੁੱਖ ਦੇ ਤ੍ਰੈ ਮਿੱਤਰ ਅੰਦਰੇ ਹਨ, ਇੱਕ ਨਿਰਮਲ ਬੁੱਧ, ਇੱਕ ਉਤਸ਼ਾਹ ਤੇ ਇੱਕ ਸੰਜਮ। ਬਾਣੀ ਤ੍ਰੈਆਂ ਨੂੰ ਨਿਰੋਲ ਤੇ ਬਲਵਾਨ ਕਰ ਦਿੰਦੀ ਹੈ। ਸੱਚੀ ਨਿਰਮਲ ਬੁੱਧੀ ਸੱਚ ਨੂੰ ਅਨੁਭਵ ਕਰ ਸਕਦੀ ਹੈ। ਸੱਚਾ ਉਤਸ਼ਾਹ ਝੂਠ ਦੇ ਤਿਆਗ ਤੇ ਸੱਚ ਦੇ ਗ੍ਰਹਿਣ ਲਈ ਹਿੰਮਤ ਦਿੰਦਾ ਤੇ ਸਾਧਨ ਕਰਾਉਂਦਾ ਹੈ।
ਸੱਚਾ ਸੰਜਮ ਮਨ ਦੀਆਂ ਅੱਡ-ਅੱਡ ਤਾਕਤਾਂ ਨੂੰ ਥਹੁ ਟਿਕਾਣੇ ਰੱਖਦਾ ਹੈ ਤੇ ਹੱਦੋਂ ਨਹੀਂ ਟੱਪਣ ਦਿੰਦਾ, ਜਿਸ ਕਰਕੇ ਮਨ ਵਿੱਚੋਂ ਹਨੇਰਾ ਉੱਠ ਕੇ ਬੁੱਧੀ ਨਿਰਮਲ ਹੁੰਦੀ ਹੈ ਤੇ ਸੱਚੀ ਭਲਾਈ ਦੀ ਜਾਚ ਆ ਜਾਂਦੀ ਹੈ। ਇਹਨਾਂ ਤਿੰਨਾਂ ਮਿੱਤਰਾਂ ਦੀ ਸੂਝ ਬਾਣੀ ਬਖਸ਼ਦੀ ਹੈ। ਫਿਰ ਦੁਹਰਾ ਦਈਏ, ਇਸੇ ਤਰ੍ਹਾਂ ਮਨੁੱਖ ਦੇ ਤ੍ਰੈ ਮਿੱਤਰ ਅੰਦਰੇ ਹਨ, ਇੱਕ ਨਿਰਮਲ ਬੁੱਧ, ਇੱਕ ਉਤਸ਼ਾਹ ਤੇ ਇੱਕ ਸੰਜਮ। ਬਾਣੀ ਤ੍ਰੈਆਂ ਨੂੰ ਨਿਰੋਲ ਤੇ ਬਲਵਾਨ ਕਰ ਦਿੰਦੀ ਹੈ। ਸੱਚੀ ਨਿਰਮਲ ਬੁੱਧੀ ਸੱਚ ਨੂੰ ਅਨੁਭਵ ਕਰ ਸਕਦੀ ਹੈ। ਸੱਚਾ ਉਤਸ਼ਾਹ ਝੂਠ ਦੇ ਤਿਆਗ ਤੇ ਸੱਚ ਦੇ ਗ੍ਰਹਿਣ ਲਈ ਹਿੰਮਤ ਦਿੰਦਾ ਤੇ ਸਾਧਨ ਕਰਾਉਂਦਾ ਹੈ। ਸੱਚਾ ਸੰਜਮ ਮਨ ਦੀਆਂ ਅੱਡ-ਅੱਡ ਤਾਕਤਾਂ ਨੂੰ ਥਹੁ ਟਿਕਾਣੇ ਰੱਖਦਾ ਹੈ ਤੇ ਹੱਦੋਂ ਨਹੀਂ ਟੱਪਣ ਦਿੰਦਾ, ਜਿਸ ਕਰਕੇ ਮਨ ਵਿੱਚੋਂ ਹਨੇਰਾ ਉੱਠ ਕੇ ਬੁੱਧੀ ਨਿਰਮਲ ਹੁੰਦੀ ਹੈ ਤੇ ਸੱਚੀ ਭਲਾਈ ਦੀ ਜਾਚ ਆ ਜਾਂਦੀ ਹੈ। ਇਹਨਾਂ ਤਿੰਨਾਂ ਮਿੱਤਰਾਂ ਦੀ ਸੂਝ ਬਾਣੀ ਬਖਸ਼ਦੀ ਹੈ। ਬਾਣੀ ਪਹਿਲੇ ਨਿਰਮਲ ਭਾਉ ਪਾਉਂਦੀ ਹੈ। ਇਸ ਭਾਵ ਨਾਲ ਸੰਜਮ ਕਾਇਮ ਹੁੰਦਾ ਹੈ। ਜਦ ਸੰਜਮ ਕਾਇਮ ਹੋ ਜਾਂਦਾ ਹੈ ਤਦ ਵੈਰਾਗ ਵਾਲਾ ਚਾਉ ਅੰਦਰੋਂ ਉਗਮ ਕੇ ਦ੍ਰਿੜ ਹੋ ਜਾਂਦਾ ਹੈ। ਇਸੇ ਨੂੰ ਸੱਚਾ ਉਤਸ਼ਾਹ ਕਹਿੰਦੇ ਹਨ। ਇਹੋ ਸਾਰੀ ਬਦੀ ਤੋਂ ਰੋਕਦਾ ਹੈ ਅਰ ਨੇਕੀ ਤੇ ਨੇਕੀ ਦੇ ਸੋਮੇ ਵਾਹਿਗੁਰੂ ਵੱਲ ਲੈ ਜਾਂਦਾ ਹੈ। ਇਸੇ ਦੀ ਪਕਿਆਈ ਹੋ ਗਿਆ ਫਿਰ ਬਾਣੀ ਬੁੱਧੀ ਨੂੰ ਨਿਰਮਲ ਕਰ ਦਿੰਦੀ ਹੈ। ਜਦ ਬੁੱਧੀ ਨਿਰਮਲ ਹੋ ਜਾਂਦੀ ਹੈ ਤਦ ਵਾਹਿਗੁਰੂ ਨਾਮ ਦੀ ਧੁਨੀ ਉਪਜਦੀ ਹੈ। ਇਹ ਧੁਨ ਸਹਿਜ ਪਦ ਵਿੱਚ ਲੈ ਜਾਂਦੀ ਹੈ, ਜਿੱਥੇ ਪਿਆਰੇ ਵਾਹਿਗੁਰੂ ਨਾਲ ਅਟੁੱਟ ਮੇਲ ਹੋ ਜਾਂਦਾ ਹੈ। ਇਹ ਸਾਰਾ ਉਪਦੇਸ਼ ਸ੍ਰੀ ਗੁਰੂ ਜੀ ਨੇ ਸੂਹੀ ਮਹੱਲੇ ਚੌਥੇ ਲਾਵਾਂ ਵਿੱਚ ਦਿੱਤਾ ਹੈ। ਇਸ ਕਰਕੇ ਪਿਆਰੇ ਵੀਰ ਜੀ, ਜੋ ਸੇਵਾ ਆਪ ਨੇ ਹੁਬ ਨਾਲ ਚੁੱਕਣੀ ਹੈ ਉਹ ਕੀ ਦੱਸਦੀ ਹੈ? ਇਹ ਕਿ ਤੁਹਾਡੇ ਅੰਦਰ ਪਿਆਰ ਆਵੇ। ਗੁਰੂ ਪਰਮੇਸ਼ਰ ਦੇ ਪਿਆਰ ਨਾਲ ਜੋ ਸੇਵਾ ਤੁਸੀਂ ਕੀਤੀ ਹੈ ਉਸਨੇ ਵੇਖੋ ਮਨ ਸ਼ੁੱਧ ਕੀਤਾ ਹੈ। ਸ਼ੁੱਧ ਮਨ ਹੁਣ ਵਧੇਕ ਸ਼ੁੱਧ ਗੱਲਾਂ ਲੋਚਦਾ ਹੈ। ਉਹਨਾਂ ਲਈ ਵਧੇਕ ਸ਼ੁੱਧਤਾ ਦੀ ਲੋੜ ਹੈ। ਇਹ ਸ਼ੁੱਧਤਾ ਬਾਣੀ ਦੇ ਪਾਠ ਵਿਚਾਰ ਤੋਂ ਬਿਨਾਂ ਆਉਣੀ ਕਠਿਨ ਹੈ। ਇਸ ਲਈ ਚਾਹੀਦਾ ਹੈ ਕਿ ਆਪ ਬਾਣੀ ਦੇ ਪਾਠੀ, ਰਸੀਏ ਤੇ ਸਮਝ ਵਾਲੇ ਹੋ ਜਾਓ, ਤਾਂ ਜੋ ਮਨ ਦੀ ਸ਼ੁੱਧਤਾ ਐਸੀ ਹੋ ਜਾਏ ਕਿ ਹਨੇਰਾ ਨਾ ਰਹੇ। ਹਨੇਰਾ ਹਟਦੇ ਹੀ ਸੰਜਮ ਦੀ ਪੌਣ ਸਾਰੀਆਂ ਤਾਕਤਾਂ ਨੂੰ ਥਹੁ ਸਿਰ ਕਰ ਦੇਊ। ਉਤਸ਼ਾਹ ਤਕੜਾ ਹੋ ਕੇ ਅੱਗੇ ਨੂੰ ਲੈ ਤੁਰੂ ਅਰ ਨਿਰਮਲ ਬੁੱਧ ਝੋਲੀ ਅੱਡ ਕੇ ਸਤਿਗੁਰਾਂ ਤੋਂ ਨਾਮ ਪ੍ਰਾਪਤ ਕਰੂ। ਉਹ ਨਾਮ ਫਿਰ ਸਹਿਜ ਅਵਸਥਾ ਵਿੱਚ ਲੈ ਜਾਊ। ਹਾਂਜੀ, ਨਾਮ ਨਾਮੀ ਵਿੱਚ ਲੈ ਜਾਊ। ਜਿਸ ਪ੍ਰਯੋਜਨ ਲਈ ਮਨੁੱਖਾ ਜਨਮ ਸੀ ਸੋ ਸਿੱਧ ਹੋ ਜਾਊ। ਸਿੰਧੀ, ਮੈਨੂੰ ਮੇਰੇ ਹੀ ਭਲੇ ਲਈ ਬੇਪਰਵਾਹੀ ਤੋਂ ਅਸਚਰਜ ਵਿੱਚ ਲੈ ਜਾ ਕੇ ਉਥੋਂ ਸੱਚ ਦੇ ਮੰਡਲ ਵੱਲ ਰਸਤਾ ਦੱਸਣ ਵਾਲੇ ਮਿੱਤਰ ਪਿਆਰੇ ਜੀ, ਮੈਂ ਕਿਸ ਮੂੰਹ ਨਾਲ ਸ਼ੁਕਰ ਕਰਾਂ। ਮੈਂ ਸੱਚੀ ਮੁੱਚੀ ਮੂਰਖ ਸਾਂ, ਪਰ ਆਪ ਨੇ ਅਕਲ ਦਾਨ ਕੀਤੀ ਹੈ। ਬਾਣੀ ਕਿਹੜੀ ਪੜਾਂ ਤੇ ਕੀਕੂ ਪੜਾਂ? ਭਾਈ ਜੀ, ਸੱਜਣ ਜੀ, ਨਿਤਨੇਮ ਦੀ ਬਾਣੀ ਰੋਜ਼ ਪੜੋ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 5 ਜਾਂ ਘੱਟ ਵੱਧ ਜਿੰਨੇ ਕਰ ਸਕੋ ਪਤਰੇ ਰੋਜ਼ ਪਾਠ ਕਰੋ। ਜੇਕਰ ਵਕਤ ਲੱਜੇ ਤਦ ਹੋਰ ਬਾਣੀਆਂ, ਸੁਖਮਨੀ, ਆਸਾ ਦੀ ਵਾਰ, ਆਨੰਦ ਆਦਿਕ ਦਾ ਪਾਠ ਕਰੋ। ਕੀਕੂ ਕਰੋ ਇਹ ਤੁਸੀਂ ਜਾਣੋ, ਪਰ ਜਿਕੂ ਜੀ ਲੱਗੇ ਤੇ ਸਵਾਦ ਆਵੇ। ਪਹਿਲਾ, ਚਾਹੇ ਸਹਿਜੇ ਸਹਿਜੇ ਇਕਾਂਤ ਬੈਠ ਕੇ। ਦੂਸਰਾ, ਚਾਹੇ ਰਹਾ ਨਾਲ ਉੱਚੀ ਉੱਚੀ। ਤੀਸਰਾ, ਚਾਹੇ ਫਿਰ ਕੇ ਟਹਿਲ ਕੇ ਸੁਰ ਨਾਲ। ਜਿਕੂ ਚਿੱਤ ਨੂੰ ਉਸ ਵੇਲੇ ਸਵਾਦ ਆਵੇ ਉਸੇ ਤਰ੍ਹਾਂ ਪੜੋ। ਹਮਾਤੜ ਮੈਲੇ ਮਨਾਂ ਲਈ ਸਭ ਤੋਂ ਚੰਗੀ ਵਿਧੀ ਤੀਸਰੀ ਹੈ। ਇਸ ਨਾਲ ਮਨ ਸਹਿਜੇ ਸਹਿਜੇ ਇਕਾਗਰ ਹੁੰਦਾ ਹੈ, ਕੁਛ ਰਸ ਪੈਂਦਾ ਹੈ, ਖੇਚਲ ਨਹੀਂ ਵਾਪਰਦੀ ਤੇ ਚਿੱਤ ਨਾਲ ਨਾਲ ਖਿੜਦਾ ਵੀ ਜਾਂਦਾ ਹੈ। ਫਿਰ ਦੁਹਰਾ ਦਈਏ, ਸਿੰਧੀ, ਬਾਣੀ ਕਿਹੜੀ ਪੜਾਂ ਤੇ ਕੀਕੂ ਪੜਾਂ? ਭਾਈ ਜੀ, ਸੱਜਣ ਜੀ, ਨਿਤਨੇਮ ਦੀ ਬਾਣੀ ਰੋਜ਼ ਪੜੋ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 5 ਜਾਂ ਘੱਟ ਵੱਧ ਜਿੰਨੇ ਕਰ ਸਕੋ ਪਤਰੇ ਰੋਜ਼ ਪਾਠ ਕਰੋ। ਜੇਕਰ ਵਕਤ ਲੱਜੇ ਤਦ ਹੋਰ ਬਾਣੀਆਂ, ਸੁਖਮਨੀ, ਆਸਾ ਦੀ ਵਾਰ, ਆਨੰਦ ਆਦਿਕ ਦਾ ਪਾਠ ਕਰੋ।
ਕਿਕੂ ਕਰੋ ਇਹ ਤੁਸੀਂ ਜਾਣੋ, ਪਰ ਜਿਕੂ ਜੀ ਲੱਗੇ ਤੇ ਸਵਾਦ ਆਵੇ। ਪਹਿਲਾ, ਚਾਹੇ ਸਹਿਜੇ ਸਹਿਜੇ ਇਕਾਂਤ ਬੈਠ ਕੇ। ਦੂਸਰਾ, ਚਾਹੇ ਰਹਾ ਨਾਲ ਉੱਚੀ ਉੱਚੀ। ਤੀਸਰਾ, ਚਾਹੇ ਫਿਰ ਕੇ ਟਹਿਲ ਕੇ ਸੁਰ ਨਾਲ। ਜਿਕੂ ਚਿੱਤ ਨੂੰ ਜਿਸ ਵੇਲੇ ਸਵਾਦ ਆਵੇ ਉਸੇ ਤਰ੍ਹਾਂ ਪੜੋ। ਹਮਾਤਣ ਮੈਲੇ ਮਨਾਂ ਲਈ ਸਭ ਤੋਂ ਚੰਗੀ ਵਿਧੀ ਤੀਸਰੀ ਹੈ। ਇਸ ਨਾਲ ਮਨ ਸਹਿਜੇ ਸਹਿਜੇ ਇਕਾਗਰ ਹੁੰਦਾ ਹੈ, ਕੁਛ ਰਸ ਪੈਂਦਾ ਹੈ, ਖੇਚਲ ਨਹੀਂ ਵਾਪਰਦੀ ਤੇ ਚਿੱਤ ਨਾਲ ਨਾਲ ਖਿੜਦਾ ਵੀ ਜਾਂਦਾ ਹੈ। ਅੰਦਰ ਜਦੋਂ ਅਜੇ ਮੈਲਾ ਹੈ ਤੇ ਹੱਠ ਨਾਲ ਜੀਭ ਰੋਕ ਕੇ ਪਾਠ ਕਰੀਦਾ ਹੈ ਤਾਂ ਸੁਰਤ ਬੱਝ ਜਾਂਦੀ ਹੈ, ਖਿੰਡਦੀ ਨਹੀਂ। ਪਰ ਜੇ ਸਹਿਜੇ ਸਹਿਜੇ ਟਹਿਲ ਕੇ ਨਿੱਕੇ ਨਿੱਕੇ ਰਹਾ ਨਾਲ ਬਾਣੀ ਪੜ੍ਹੀਏ ਤਾਂ ਵਧੇਰੇ ਸੁਖਦਾਈ ਅਸਰ ਹੁੰਦਾ ਹੈ। ਪਰ ਇਸ ਲਈ ਬਾਣੀ ਕੰਠ ਲੋੜੀਂਦੀ ਹੈ। ਪ੍ਰਯੋਜਨ ਇਹ ਹੈ ਕਿ ਮਨ ਬਾਣੀ ਵਿੱਚ ਜੁੜੇ ਤੇ ਮਨ ਦੇ ਸੰਕਲਪ ਵਿਕਲਪ ਰੁਕਣ। ਇਹ ਬਾਣੀ ਮਹਾਂਪੁਰਖ ਦੀ ਹੈ ਅਰ ਉਸੇ ਦਾ ਸਰੂਪ ਹੈ। ਇਹ 8 ਪਹਿਰ ਦਾ ਅੰਗੀ ਸੰਗੀ ਗੁਰੂ ਹੈ। ਇਸ ਨੂੰ ਹਰ ਸਮੇਂ ਦਾ ਪ੍ਰਤੱਖ ਗੁਰੂ ਲਿਖਿਆ ਹੈ। ਬਾਣੀ ਦੇ ਰਸੀਏ ਹੋ ਜਾਓ। ਸ੍ਰੀ ਗੁਰੂ ਜੀ ਜਾਣੀ ਜਾਣ ਹਨ। ਜਦੋਂ ਯੋਗ ਜਾਣਨਗੇ, ਬਿਨਾਂ ਕਹੇ ਤੇ ਬਿਨ ਮੰਗੇ ਨਾਮ ਅੰਮ੍ਰਿਤ ਬਖਸ਼ ਕੇ ਨਿਹਾਲ ਕਰਨਗੇ। ਬਾਣੀ ਉਸ ਨਾਮ ਲਈ ਮਨ ਨੂੰ ਨਿਰਮਲ ਤੇ ਤਿਆਰ ਕਰੇਗੀ। ਉਸ ਸ਼ਹਿਨਸ਼ਾਹ ਯਾਨੀ ਨਾਮ ਨੂੰ ਜੋ ਸਾਧਨ ਤੇ ਸਿੱਧੀ ਰੂਪ ਆਪ ਹੈ ਤੇ ਜਿਸ ਦੇ ਤੁਲ ਕੁਛ ਨਹੀਂ, ਹਾਂ ਉਸ ਨੂੰ ਧਾਰਨ ਲਈ ਹਿਰਦੇ ਮੰਡਲ ਵਿੱਚ ਪੱਕੀ ਤਿਆਰੀ ਕਰੋ ਤਾਂ ਕਿ ਜਦੋਂ ਪਿਆਰਾ ਨਾਮ ਆਵੇ ਤਾਂ ਕਹਿ ਸਕੋ, ਸੇਜ ਵਿਛਾਈ ਕੰਤ ਕੂ ਕੀਆ ਹਬ ਸਿੰਗਾਰ, ਇਤੀ ਮੰਝ ਨਾ ਸਮਾਵਈ ਜੇ ਗਲ ਪਹਿਰਾ ਹਾਰ। ਹਾਂ ਜੀਓ, ਨਾਮ ਆਵੇ ਤੇ ਆਇਆ ਫਿਰ ਨਾ ਵਿਛੜੇ, ਫਿਰ ਵਿਥ ਨਾ ਪਵੇ। ਗੁਰਮੁਖ ਨਾਮ ਇੱਕੋ ਵਾਰ ਜਪੀਵੇ, ਜੋ ਸ਼ੁਰੂ ਹੋ ਕੇ ਸਦਾ ਟੁਰਿਆ ਰਹੇ। ਨਾਨਕ ਗੁਰਮੁਖ ਨਾਮ ਜਪੀਐ ਇੱਕ ਬਾਰ। ਪਹਿਲੇ ਉਪਦੇਸ਼ ਤੋਂ ਲੈ ਕੇ ਵਾਹਿਗੁਰੂ ਮਿਲਾਪ ਤੱਕ ਸਾਰੀ ਦਾਤ ਨਾਮ ਹੈ। ਫਰਕ ਹੈ ਤਾਂ ਦਰਜਿਆਂ ਦਾ, ਜੋ ਸਮਝ ਰਹੇ ਹੋ ਤੇ ਸਮਝੀ ਜਾਓਗੇ। ਪਹਿਲੇ ਸਾਹਸ ਧਾਰੋ ਕਿ ਮਾੜੇ ਕਰਮ ਨਹੀਂ ਕਰਨੇ, ਕਿਸੇ ਨੂੰ ਦੁੱਖ ਨਹੀਂ ਦੇਣਾ, ਪਰ ਮਨ ਮੈਲਾ ਹੈ, ਮੁੜ ਮੁੜ ਉਧਰ ਨੂੰ ਰੁਚੀ ਕਰਦਾ ਹੈ। ਇਸ ਵਾਸਤੇ ਸੇਵਾ ਕਰੋ ਤੇ ਤਰਲੇ ਲਓ ਕਿ ਸੇਵਾ ਨਿਸ਼ਕਾਮ ਹੋਵੇ। ਇਹ ਸੇਵਾ ਮਨ ਦਾ ਦਾਰੂ ਹੈ, ਮੈਲ ਹਰਨ ਤੇ ਰਸ ਭਰੀ ਨਿਮਰਤਾ ਸਿਖਾਉਣ ਲਈ। ਫਿਰ ਬਾਣੀ ਹੈ ਮੈਲ ਕੱਟਣ ਤੇ ਮਨ ਨੂੰ ਹੋਰ ਵਧੇਰੇ ਸਫਾ ਕਰਨ ਲਈ। ਫਿਰ ਹੈ ਨਾਮ ਅਭਿਆਸ ਤੇ ਨਾਮ ਨਿਵਾਸ। ਹਾਂਜੀ, ਫਿਰ ਦੁਹਰਾ ਦਈਏ, ਪਰ ਮਨ ਮੈਲਾ ਹੈ, ਮੁੜ ਮੁੜ ਉਧਰ ਨੂੰ ਰੁਚੀ ਕਰਦਾ ਹੈ। ਇਸ ਵਾਸਤੇ ਸੇਵਾ ਕਰੋ ਤੇ ਤਰਲਾ ਲਓ ਕਿ ਸੇਵਾ ਨਿਸ਼ਕਾਮ ਹੋਵੇ। ਇਹ ਸੇਵਾ ਮਨ ਦਾ ਦਾਰੂ ਹੈ, ਮੈਲ ਹਰਨ ਤੇ ਰਸ ਭਰੀ ਨਿਮਰਤਾ ਸਿਖਾਉਣ ਲਈ। ਫਿਰ ਬਾਣੀ ਹੈ ਮੈਲ ਕੱਟਣ ਤੇ ਮਨ ਨੂੰ ਹੋਰ ਵਧੇਰੇ ਸਫਾ ਕਰਨ ਲਈ। ਫਿਰ ਹੈ ਨਾਮ ਅਭਿਆਸ ਤੇ ਨਾਮ ਨਿਵਾਸ। ਮੇਰੀ ਕਥਾ ਤੋਂ ਆਪ ਨੂੰ ਉਦਾਸੀ ਹੋਈ ਸੀ, ਇਸ ਕਰਕੇ ਮੇਰਾ ਧਰਮ ਸੀ ਕਿ ਆਪ ਨੂੰ ਸੇਵਾ ਦੇ ਅਗਲੇ ਪੜਾਅ ਦੱਸ ਕੇ ਰਸਤੇ ਪਾ ਦਿਆਂ। ਸੋ ਗੁਰੂ ਕਿਰਪਾ ਨੇ ਕਾਰਜ ਕਰ ਦਿੱਤਾ ਹੈ। ਤੁਸੀਂ ਸਮਝੋਗੇ ਕਿ ਇਹ ਉਪਦੇਸ਼ ਮੇਰੇ ਹਨ। ਨਹੀਂ, ਇਹ ਉਪਦੇਸ਼ ਸਤਿਗੁਰ ਦੇ ਆਪਣੇ ਹਨ। ਮੈਂ ਤਾਂ ਗੁਰਵਾਕਾਂ ਦੀ ਵਿਆਖਿਆ ਮਾਤਰ ਕੀਤੀ ਹੈ। ਦੇਖੋ, ਸ੍ਰੀ ਗੁਰੂ ਜੀ ਆਪ ਫਰਮਾਉਂਦੇ ਹਨ, ਗੁਰਬਾਣੀ ਸਦਮੀਠੀ ਲਾਗੀ ਪਾਪ ਵਿਕਾਰ ਗਵਾਇਆ, ਹਉਮੈ ਰੋਗ ਗਿਆ ਭਉ ਭਾਗਾ ਸਹਿਜੇ ਸਹਿਜ ਮਿਲਾਇਆ। ਕਾਇਆ ਸੇਜ ਗੁਰ ਸ਼ਬਦ ਸੁਖਾਲੀ ਗਿਆਨ ਤਤ ਕਰ ਭੋਗੋ, ਅਨ ਦਿਨ ਸੁਖ ਮਾਣੇ ਨਿਤਰਲੀਆ ਨਾਨਕ ਤੁਰ ਸੰਜੋਗੋ। ਬਾਣੀ ਗੁਰ ਗਾਈ ਪਰਮਗਤ ਪਾਈ, ਪੰਚ ਮਿਲੇ ਸੁਹਾਇਆ। ਗਿਆ ਕ੍ਰੋਧ ਮਮਤਾ ਤਨ ਨਾਠੀ, ਪਾਖੰਡ ਭਰਮ ਗਵਾਇਆ। ਹਉਮੈ ਪੀਰ ਗਈ ਸੁਖ ਪਾਇਆ, ਅਰੋਗਤ ਭਏ ਸ਼ਰੀਰਾ। ਗੁਰ ਪ੍ਰਸਾਦੀ ਬ੍ਰਹਮ ਪਛਾਤਾ, ਨਾਨਕ ਗੁਣੀ ਗਹੀਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।